ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁ ਤਾਇਓ। ਕਲ ਘੋਰ ਸਮੁਦਰ ਮਹਿ ਬੂਡਤ ਥੇ, ਕਬਹੁ ਮਿਟਹਿ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਸੱਜਣ ਸੱਚਾ ਪਾਤਸ਼ਾਹ, ਜਿਸ ਪਾਸ ਬੈਠਿਆ ਤੂੰ ਹੀ ਹੈ, ਸਭਨਾ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ, ਮਹਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰਾ ਆਧਾਰ ਰਹਾਓ। ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਆਪਾਰ। ਜੋ ਤੁਧ ਸੇਵਹਿ ਤਿਨ ਪਾਉ ਦੁਖ ਨਾਹੇ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕਾ ਸੰਗ ਪਰ ਸੰਸਾਰ। ਕਹੋ ਨਾਨਕ
ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਤੂਰ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਤੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਉਸ ਪਾਵਨ ਸਥਾਨ ਤੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਖਤ ਤੇ ਬਿਰਾਜਮਾਨ ਹੋ ਕਰਕੇ ਸਮੂਹ ਸੰਸਾਰ ਵਾਸੀਆਂ ਨੂੰ ਜੋ ਅੰਮ੍ਰਿਤ ਵੇਲੇ ਦਾ ਸੰਦੇਸ਼ ਦਿੱਤਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਹੀ ਅਦਬ ਸਤਕਾਰ ਸਹਿਤ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਨਿਤਾ ਪ੍ਰਤੀ ਹਰ ਰੋਜ਼ ਦੀ ਤਰ੍ਹਾਂ ਆਪ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸੱਜ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਮੁਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰਤ ਹੋਏ ਹੋ। ਆਓ ਮਨੋਵਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਪਵਿੱਤਰ ਕਰਦੇ ਹੋਏ ਹਾਜ਼ਰੀ ਲਵਾਈਏ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਏ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਜੋ ਅੱਜ ਤਲੰਗ ਰਾਜ ਦੇ ਵਿੱਚ ਪਾਵਨ ਬਚਨ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 723 24 ਉੱਪਰ ਸਬਾਏਮਾਨ ਹੈ। ਸੰਸਾਰ ਦੇ ਉੱਤੇ ਦੁਨੀਆ ਦਾ ਕੋਈ ਐਸਾ ਬਾਦਸ਼ਾਹ ਨਹੀਂ ਹੋਵੇਗਾ ਜਿਸ ਨੂੰ ਸਵੇਰੇ ਅੰਮ੍ਰਿਤ ਵੇਲੇ ਸਿਰ ਤੇ ਉਠਾ ਕਰਕੇ, ਪਾਲਕੀ ਵਿੱਚ ਸਜਾ ਕਰਕੇ, ਮੋਢਿਆਂ ਤੇ ਚੁੱਕ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਗਤਾਂ ਨਗਾਰਿਆਂ ਦੀ ਸ਼ਾਨੋ ਸ਼ੌਕਤ ਦੇ ਨਾਲ ਆਪਣੇ ਹਰਿਮੰਦਰ ਸਾਹਿਬ ਤਖਤ ਦੇ ਉੱਤੇ ਬਿਰਾਜਮਾਨ ਕਰਕੇ ਮੁਖਾਰ ਬਿੰਦ ਤੋਂ ਰੋਜ਼ਾਨਾ ਸਤਿਗੁਰੂ ਜੀ ਸਮੂਹ ਲੋਕਾਈ ਦੇ ਭਲਾਈ ਵਾਸਤੇ ਸੰਦੇਸ਼ ਦਿੰਦੇ ਹਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦੇ ਉੱਤੇ ਸਾਰੇ ਧਾਰਮਿਕ ਗ੍ਰੰਥ ਆਪਣੇ ਆਪਣੇ ਸਥਾਨ ਤੇ ਸਤਿਕਾਰਯੋਗ ਨੇ, ਪੂਜਣਯੋਗ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਬਾਕੀ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਵੱਖਰੀ ਹੈ। ਸੰਸਾਰ ਦੇ ਉੱਤੇ ਸਮੇਂ-ਸਮੇਂ ਅਨੁਸਾਰ ਦੁਨੀਆ ਦੇ ਰਹਿਬਰ ਆਏ, ਆਪਣੇ ਧਰਮ ਦਾ ਉਪਦੇਸ਼ ਕਰਕੇ ਵਾਪਸ ਚਲੇ ਗਏ। ਇੰਜ ਕਹਿ ਲਈਏ, ਇਸ ਧਰਤੀ ਦੇ ਉੱਤੇ ਸਮੇਂ-ਸਮੇਂ ਅਨੁਸਾਰ ਸ਼੍ਰੀ ਰਾਮਚੰਦਰ ਜੀ ਆਏ ਆਪਣੇ ਧਰਮ ਦਾ ਉਪਦੇਸ਼ ਕਰਕੇ ਚਲੇ ਗਏ।
ਇਸੇ ਤਰੀਕੇ ਨਾਲ ਹਜ਼ਰਤ ਮੁਹੰਮਦ ਸਾਹਿਬ ਜੀ ਆਏ, ਉਪਦੇਸ਼ ਕਰਕੇ ਚਲੇ ਗਏ। ਮਹਾਤਮਾ ਬੁੱਧ ਜੀ ਆਏ, ਉਪਦੇਸ਼ ਕਰਕੇ ਚਲੇ ਗਏ। ਪਰ ਵਿਲੱਖਣਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ। ਇਸ ਸੰਸਾਰ ਤੇ ਆਏ ਪਰ ਉਪਦੇਸ਼ ਕਰਕੇ ਗਏ ਨਹੀਂ, ਇੱਥੇ ਹੀ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਰੀਰਕ ਜਾਮੇ ਕਰਕੇ ਭਾਵੇਂ ਸਾਡੇ ਕੋਲੋਂ ਚਲੇ ਗਏ ਨੇ, ਪਰ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਹੀਏ ਦੇ ਵਿੱਚ ਆ ਕਰਕੇ ਉਹਨਾਂ ਨੇ ਵਾਸਾ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਵਾਸਾ ਕੀਤਾ। ਨਿਰੰਤਰ ਇਹ ਸਫ਼ਰ 10 ਜੋਤਾਂ ਵਿੱਚ ਰਿਹਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਧਰਮ ਦਾ ਉਪਦੇਸ਼ ਕਰਕੇ ਗਏ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਤਮਿਕ ਤੌਰ ਤੇ ਬਿਰਾਜਮਾਨ ਹੋ ਕਰਕੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਹੈ, ਕਿਰਪਾ ਕਰ ਦਿੱਤੀ ਹੈ। ਦੁਨੀਆ ਦੇ ਧਰਮ ਮੰਦਰਾਂ ਦੇ ਵਿੱਚ, ਦੁਨੀਆ ਦੇ ਧਾਰਮਿਕ ਸਥਾਨਾਂ ਦੇ ਵਿੱਚ ਉਹਨਾਂ ਦੀ ਸਭਾ, ਉਹਨਾਂ ਦੀ ਸੰਗਤ ਤਾਂ ਇਕੱਠੀ ਹੋ ਸਕਦੀ ਹੈ, ਪਰ ਉਹਨਾਂ ਦੇ ਵਿੱਚ ਉਹਨਾਂ ਦਾ ਹਾਜ਼ਰ ਨਾਜ਼ਰ, ਹਾਜ਼ਰਾ ਹਜ਼ੂਰ ਗੁਰੂ ਨਹੀਂ ਬਿਰਾਜਮਾਨ ਹੁੰਦਾ। ਸਿੱਖ ਧਰਮ ਦੀ ਇੱਕ ਵਿਲੱਖਣਤਾ ਹੈ, ਸਿੱਖ ਧਰਮ ਦੇ ਵਿੱਚ ਜਦੋਂ ਵੀ ਧਾਰਮਿਕ ਤੌਰ ਦੇ ਉੱਤੇ ਸੰਗਤ ਹੁੰਦੀ ਹੈ ਜਾਂ ਗੁਰੂ ਕੇ ਸਿੱਖਾਂ ਦਾ ਕੋਈ ਆਪਣਾ ਕਾਰਜ ਹੁੰਦਾ ਹੈ, ਉਸ ਕਾਰਜ ਦੇ ਵਿੱਚ ਜਿੱਥੇ ਰਿਸ਼ਤੇਦਾਰ, ਸਾਕ ਸੰਬੰਧੀਆਂ ਸਾਰੇ ਇਕੱਤਰਤ ਹੁੰਦੇ ਹਨ, ਉਹਨਾਂ ਦੇ ਵਿੱਚ ਉਹਨਾਂ ਦਾ ਗੁਰੂ ਵੀ ਸੁਭਾਏਮਾਨ ਹੁੰਦਾ ਹੈ। ਔਰ ਇੱਕ ਵਿਲੱਖਣਤਾ ਹੈ ਬਾਕੀ ਧਰਮ ਦੇ ਗ੍ਰੰਥਾਂ ਨਾਲੋਂ ਕਿ ਕੋਈ ਦੁਨੀਆ ਦੇ ਧਰਮ ਦਾ ਗ੍ਰੰਥ ਦਾ ਰੋਜ਼ ਨਿਤਾ ਪ੍ਰਤੀ ਪ੍ਰਕਾਸ਼ ਨਹੀਂ ਜੇ ਹੁੰਦਾ। ਕੇਵਲ ਤਾਂ ਕੇਵਲ ਇੱਕੋ ਹੀ ਇੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਗੁਰੂ ਨੇ ਜਿਨ੍ਹਾਂ ਦਾ ਨਿਤਾ ਪ੍ਰਤੀ ਪ੍ਰਕਾਸ਼ ਹੁੰਦਾ ਹੈ। ਕੋਈ ਧਰਮ ਦਾ ਗ੍ਰੰਥ ਐਸਾ ਨਹੀਂ ਹੈ ਜਿਸ ਧਰਮ ਦੇ ਗ੍ਰੰਥ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੋਵੇ। ਉਹਨਾਂ ਦੇ ਰਹਿਬਰਾਂ ਦੇ ਤੁਰ ਜਾਣ ਤੋਂ ਬਾਅਦ ਕੇਵਲ ਤਾਂ ਕੇਵਲ ਇੱਕੋ ਇੱਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਰਹਿਬਰ ਨੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਔਰ ਦੁਨੀਆ ਦੇ ਉੱਤੇ ਕੋਈ ਵੀ ਧਰਮ ਦਾ ਗ੍ਰੰਥ ਐਸਾ ਨਹੀਂ ਜਿਨ੍ਹਾਂ ਦਾ ਰੋਜ਼ ਪ੍ਰਕਾਸ਼ ਹੁੰਦਾ ਹੋਵੇ। ਕੋਈ ਧਰਮ ਦਾ ਗ੍ਰੰਥ ਐਸਾ ਨਹੀਂ ਜਿਸ ਨੂੰ ਸੁੰਦਰ ਪਾਲਕੀ ਵਿੱਚ ਸਜਾ ਕਰਕੇ ਆਪਣੇ ਤਖਤ ਤੇ ਲੈ ਕੇ ਆਂਦਾ ਜਾਂਦਾ ਹੋਵੇ। ਕੋਈ ਧਰਮ ਦਾ ਗ੍ਰੰਥ ਐਸਾ ਨਹੀਂ ਜਿਹਦਾ ਰੋਜ਼ ਸੁੱਖ ਆਸਣ ਹੁੰਦਾ ਹੋਵੇ। ਇਹ ਕੇਵਲ ਤਾਂ ਕੇਵਲ ਮਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਹੈ। ਦੁਨੀਆ ਦਾ ਕੋਈ ਧਰਮ ਦਾ ਗ੍ਰੰਥ ਐਸਾ ਨਹੀਂ ਜਿਹਦੇ ਅੱਗੇ ਖੜ ਕੇ ਗੁਰੂ ਕਾ ਸਿੱਖ ਆਪਣੀ ਅਰਦਾਸ ਕਰਦਾ ਹੋਵੇ, ਆਪਣੀ ਵੇਦਨ ਕਰਦਾ ਹੋਵੇ। ਇਹ ਮਾਨ ਪ੍ਰਾਪਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਔਰ ਸਾਧ ਸੰਗਤ ਜੀ, ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਹੋ ਰਹੇ ਨੇ। ਜਦੋਂ ਅਸੀਂ ਸੰਸਾਰ ਤੇ ਆਏ, ਸੰਸਾਰ ਤੇ ਆਉਣ ਤੋਂ ਪਹਿਲਾਂ ਸਾਨੂੰ ਅਗਾਹ ਹੋ ਕਰਕੇ ਗੁਰੂ ਮਿਲੇ। ਉਹਨਾਂ ਨੇ ਸਾਨੂੰ ਅਸੀਸਾਂ ਦਿੱਤੀਆਂ ਸਾਡੇ ਸੰਸਾਰ ਤੇ ਆਉਣ ਤੇ। ਆਖਿਆ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜਦੋਂ ਅਸੀਂ ਦੁਨੀਆ ਤੋਂ ਆਏ ਤਾਂ ਵੀ ਸਾਨੂੰ ਮੋਹਰੇ ਹੋ ਕੇ ਗੁਰੂ ਸਾਹਿਬ ਜੀ ਨੇ ਜੀ ਆਇਆਂ ਆਖਿਆ। ਫਿਰ ਸਾਡੇ ਸੰਸਾਰ ਦੇ ਰਿਸ਼ਤੇ ਕਾਰ ਵਿਹਾਰ ਦੇ ਵਿੱਚ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਨਾਲ ਰਹੇ। ਪਰ ਜਦੋਂ ਅਸੀਂ ਸੰਸਾਰ ਦੀ ਯਾਤਰਾ ਪੂਰੀ ਕਰਕੇ ਗਏ ਤਾਂ ਗੁਰੂ ਸਾਹਿਬ ਜੀ ਸਾਨੂੰ ਤੋਰਨ ਵਾਸਤੇ ਵੀ ਆਏ। ਔਰ ਇੱਥੇ ਹੀ ਬਸ ਨਹੀਂ, ਕੋਈ ਸੰਸਾਰ ਦਾ ਰਿਸ਼ਤਾ ਐਸਾ ਨਹੀਂ ਹੈ ਜਿਹਦੇ ਬਾਰੇ ਇਹ ਗੱਲ ਕਹੀ ਜਾ ਸਕਦੀ ਹੋਵੇ ਕਿ ਉਹ ਸਾਡੇ ਨਾਲ ਪਰਲੋਕ ਵਿੱਚ ਸਹਾਈ ਹੋਵੇਗਾ। ਜੇ ਅਸੀਂ ਮਾਂ ਦੀ ਗੱਲ ਕਰ ਲਈਏ, ਪਿਓ ਦੀ ਗੱਲ ਕਰ ਲਈਏ, ਪਤਨੀ ਦੀ ਗੱਲ ਕਰ ਲਈਏ, ਭਰਾ ਦੀ ਗੱਲ ਕਰ ਲਈਏ, ਪੁੱਤਰਾਂ ਦੀ ਗੱਲ ਕਰ ਲਈਏ, ਸੰਬੰਧੀਆਂ ਦੀ ਗੱਲ ਕਰ ਲਈਏ, ਇਹ 8 ਤਰ੍ਹਾਂ ਦੇ ਰਿਸ਼ਤਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਐਸਾ ਰਿਸ਼ਤਾ ਨਹੀਂ ਹੈ ਜਿਹੜਾ ਸਾਡੇ ਨਾਲ ਸਾਡੇ ਅੰਤਮ ਸਮੇਂ ਸਾਡੀ ਸਹਾਇਤਾ ਕਰੇਗਾ ਜਾਂ ਨਾਲ ਜਾਏਗਾ। ਕੇਵਲ ਤਾਂ ਕੇਵਲ ਇੱਕੋ ਇੱਕ ਗੁਰੂ ਦਾ ਰਿਸ਼ਤਾ ਐਸਾ ਹੈ ਜਿਹੜਾ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ, ਜਿਹੜਾ ਲੋਕ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਤੇ ਪਰਲੋਕ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ, ਸਾਡੀ ਸਹਾਇਤਾ ਕਰਦਾ ਹੈ। ਉਸ ਪਾਵਨ ਬਚਨ ਨੂੰ ਜਿਸ ਨੂੰ ਅੱਜ ਅਸੀਂ ਸਰਵਣ ਕਰ ਰਹੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਜੋ ਮੁੱਖ ਵਾਕ ਹੈ, ਪਾਤਸ਼ਾਹ ਜੀ ਆਪਣੇ ਮੁੱਖ ਵਾਕ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ। ਤਲੰਗ ਰਾਗ ਵਿੱਚ 31 ਰਾਗਾਂ ਦੇ ਵਿੱਚੋਂ ਇਹ 14ਵਾਂ ਰਾਗ ਹੈ ਔਰ ਆਮ ਤੌਰ ਤੇ ਉੱਤੇ ਇਸ ਨੂੰ ਗਾਉਣ ਦਾ ਸਮਾਂ ਜਿਹੜਾ ਹੈ ਉਹ ਸ਼ਾਮ ਦਾ ਨਿਸ਼ਚਿਤ ਕੀਤਾ ਜਾਂਦਾ ਹੈ।
ਔਰ ਇਸ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਮੁਖਤਾ ਨੂੰ ਦਰਸਾਨ ਕੀਤਾ ਹੈ। ਉਹ ਮਹਾਨ ਸ਼ਕਤੀ ਹੈ ਔਰ ਮਨ ਨੂੰ ਸੰਬੋਧਨ ਕਰਦਿਆਂ ਆਖਿਆ, ਹੇ ਮੇਰੇ ਮਨਾ, ਉਸ ਸ਼ਕਤੀ ਦਾ, ਉਸ ਪਾਵਰ ਦਾ ਤੂੰ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ, ਸਮੇਟਣ ਵਾਲਾ ਹੈ। ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ। ਸਤਿਗੁਰੂ ਜੀ ਆਪਣੇ ਪਾਵਨ ਬਚਨ ਵਿੱਚ ਸਾਨੂੰ ਜੋ ਸੇਧ ਬਖਸ਼ਿਸ਼ ਕਰਦੇ ਹਨ, ਆਓ ਸਰਵਣ ਕਰੀਏ ਜੀ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਪਰਮਾਤਮਾ ਦੀ ਬਰਾਬਰੀ, ਗੁਰੂ ਦੀ ਬਰਾਬਰੀ, ਹੇ ਅਕਾਲ ਪੁਰਖ ਪਰਮਾਤਮਾ, ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ, ਜਿਸ ਦੇ ਅੱਗੇ ਜਾ ਕਰਕੇ ਮੈਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਾਂ। ਕੋਈ ਦੁਨੀਆ ਦਾ, ਸੰਸਾਰ ਦਾ ਮਨੁੱਖ ਜਿਹਦੇ ਕੋਲ ਮੈਂ ਆਪਣੇ ਦੁੱਖ ਸਾਂਝੇ ਕਰਾਂ, ਉਹ ਮੇਰੇ ਦੁੱਖ ਤਾਂ ਸੁਣ ਸਕਦਾ ਹੈ, ਪਰ ਮੇਰੇ ਦੁੱਖਾਂ ਦਾ ਕੋਈ ਹੱਲ ਨਹੀਂ ਕੱਢ ਸਕਦਾ। ਇੱਕ ਦਿਨ ਸੁਣੇਗਾ, 2 ਦਿਨ ਸੁਣੇਗਾ, ਤੀਜੇ ਦਿਨ ਜਾ ਕਰਕੇ ਫਿਰ ਉਹ ਵੀ ਆਕੀ ਹੋ ਜਾਏਗਾ। ਉਹ ਆਖੇਗਾ ਇਹਦਾ ਤਾਂ ਰੋਜ਼ ਦਾ ਹੀ ਇਹੋ ਕੰਮ ਹੈ। ਉਹ ਦੁੱਖ ਸਾਡੇ ਸੁਣ ਤਾਂ ਸਕਦਾ ਹੈ, ਪਰ ਦੁੱਖਾਂ ਦਾ ਕੋਈ ਹੱਲ ਨਹੀਂ ਕੱਢ ਸਕਦਾ। ਪਰ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਸੰਸਾਰ ਦੇ ਵਿੱਚ ਮਨੁੱਖ ਸਾਡੇ ਦੁੱਖ ਸੁਣ ਸਕਦਾ ਹੈ, ਪਰ ਉਹ ਸਾਡੇ ਦਰਸਾਏ ਹੋਏ ਦੁੱਖਾਂ ਦਾ ਪ੍ਰਚਾਰ ਦੂਜਿਆਂ ਵਿੱਚ ਕਰ ਸਕਦਾ ਹੈ ਕਿ ਫਲਾਣਾ ਮਨੁੱਖ ਇਸ ਤਰ੍ਹਾਂ ਦੁਖੀ ਹੈ। ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜਿਸ ਦੇ ਨਾਲ ਅਸੀਂ ਆਪਣੇ ਦੁੱਖ ਸਾਂਝੇ ਕਰ ਸਕੀਏ, ਸੁੱਖ ਸਾਂਝੇ ਕਰ ਸਕੀਏ, ਉਹ ਸਾਡੇ ਦੁੱਖ ਸੁਣਦਾ ਹੈ। ਰੋਜ਼ ਆਉਂਦੇ ਹਾਂ ਅਸੀਂ, ਰੋਜ਼ ਅਰਦਾਸ ਕਰਦੇ ਹਾਂ, ਕਦੀ ਗੁਰੂ ਅੱਕਦਾ ਨਹੀਂ, ਕਦੇ ਗੁਰੂ ਥੱਕਦਾ ਨਹੀਂ। ਉਹ ਇਹ ਕਦੇ ਨਹੀਂ ਆਖਦਾ ਤੇ ਕੱਲ ਵੀ ਆਇਆ ਸੀ, ਅੱਜ ਫੇਰ ਆ ਗਿਆ। ਸਮਰੱਥ ਗੁਰੂ ਹੈ, ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤੁਧ ਬਿਨ ਦੂਜਾ ਨਾਹੀ ਕੋਈ, ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ। ਪਰ ਅਗਿਆਨਤਾ ਦੇ ਵਿੱਚ ਮਨੁੱਖ ਕਬਰਾਂ ਨੂੰ ਪੂਜੀ ਜਾਂਦਾ ਹੈ, ਮੜੀਆਂ ਨੂੰ ਪੂਜੀ ਜਾਂਦਾ ਹੈ, ਸੂਰਜ ਨੂੰ ਪੂਜੀ ਜਾਂਦਾ ਹੈ, ਦੇਵੀ ਦੇਵਤਿਆਂ ਨੂੰ ਪੂਜੀ ਜਾਂਦਾ ਹੈ। ਉਹਦੇ ਮਨ ਵਿੱਚ ਖਿਆਲ ਹੈ ਸ਼ਾਇਦ ਪਰਮਾਤਮਾ ਤੋਂ ਬਗੈਰ ਕੋਈ ਹੋਰ ਦੂਜਾ ਵੀ ਹੈ ਜਿਹਦੇ ਅੱਗੇ ਮੈਂ ਆਪਣੇ ਦੁੱਖ ਸਾਂਝੇ ਕਰ ਸਕਾਂ। ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਜਬ ਲਓ ਨਹੀਂ ਭਾਗ ਲਿਲਾਰ ਉਹਦੇ, ਤਬ ਲਓ ਭ੍ਰਮਤੇ ਫਿਰਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਗੁਰਮੁਖ ਪਿਆਰ ਵਾਲਿਆ, ਤੂੰ ਰੋਜ਼ ਪੜ੍ਹਦਾ ਹੈ, ਜਦੋਂ ਸੋਦਰ ਦਾ ਪਾਠ ਕਰਦਾ ਹੈ, ਜਦੋਂ ਤੂੰ ਨਿਤਨੇਮ ਕਰਦਾ ਹੈ, ਤੇ ਚੌਪਈ ਸਾਹਿਬ ਦੇ ਵਿੱਚ ਤੂੰ ਇਹ ਸ਼ੁਰੂਆਤ ਇਸ ਪੰਕਤੀਆਂ ਦੇ ਨਾਲ ਕਰਦਾ ਹੈ ਕਿ ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂੰ ਸੋ ਤੁਮ ਤੇ ਪਾਉ। ਤੂੰ ਆਪਣੀ ਰਸਨਾ ਤੂੰ ਤਾਂ ਇਹ ਗੱਲ ਕਹਿਣਾ ਹੈ ਕਿ ਇਹ ਅਕਾਲ ਪੁਰਖ ਪਰਮਾਤਮਾ, ਮੈਂ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਧਿਆਵਾਂਗਾ। ਪਰ ਇਹ ਕਹੀ ਵੀ ਜਾਂਦਾ ਹੈ ਤੇ ਧਿਆਈ ਵੀ ਜਾਂਦਾ ਹੈ, ਦੇਵੀ ਦੇਵਤਿਆਂ ਦੀ ਮਨੌਤ ਵੀ ਕਰੀ ਜਾਂਦਾ ਹੈ, ਔਰ ਦਰਖਤਾਂ ਦੀ ਵੀ ਪੂਜਾ ਕਰੀ ਜਾਂਦਾ ਹੈ, ਪਿੱਪਲ ਦੀ ਵੀ ਪੂਜਾ ਕਰੀ ਜਾਂਦਾ ਹੈ, ਪਸ਼ੂਆਂ ਦੀ ਵੀ ਪੂਜਾ ਕਰੀ ਜਾਂਦਾ ਹੈ। ਕਾਹੂ ਲਾ ਲਿੰਗ ਗਰੇ ਲਟਕਾਇਓ, ਕਾਹੂ ਲਿਖਿਓ ਹੋ ਰਵਾਚੀ ਦਿਸ਼ਾ ਮਾਹੇ, ਕਾਹੂ ਪਿਸਾ ਕੋ ਸੀਸ ਨਿਭਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਿਗੁਰੂ ਜੀ ਸਮਝਾਉਣਾ ਕਰਦੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ। ਮਨੁੱਖ ਅਗਿਆਨਤਾ ਦੇ ਵਿੱਚ ਕਦੇ ਰੱਬ ਨੂੰ ਕਿਤੇ ਸਮਝੀ ਬੈਠਾ ਹੈ, ਕਦੇ ਗੱਲ ਦੇ ਵਿੱਚ ਤਬੀਤ ਪਾਈ ਫਿਰਦਾ। ਮੈਂ ਬਹੁਤ ਥਾਵਾਂ ਤੇ ਵੇਖਦਾ, ਛੋਟੇ ਛੋਟੇ ਬੱਚੇ, ਮੈਂ ਜਦੋਂ ਕਈ ਵਾਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਆਉਂਦੇ ਨੇ, ਮੱਥਾ ਟੇਕਦੇ ਨੇ, ਤੇ ਉਹਨਾਂ ਦੇ ਮਾਂ-ਬਾਪ ਉਹਨਾਂ ਦੇ ਨਾਲ ਹੁੰਦੇ ਨੇ, ਪਰ ਗਲਾਂ ਦੇ ਵਿੱਚ ਧਾਗੇ ਤੇ ਤਬੀਤ ਵੀ ਪਾਏ ਹੁੰਦੇ ਨੇ। ਉਹਨਾਂ ਨੂੰ ਇਸ ਗੱਲ ਦਾ ਕੋਈ ਨਿਸ਼ਚਾ ਨਹੀਂ ਹੈ, ਕੋਈ ਯਕੀਨ ਨਹੀਂ ਹੈ ਕਿ ਜਿਸ ਗੁਰੂ ਦੀ ਸ਼ਰਨ ਵਿੱਚ ਅਸੀਂ ਆ ਰਹੇ ਹਾਂ, ਜਿਸ ਗੁਰੂ ਨੂੰ ਅਸੀਂ ਨਤਮਸਤਕ ਹੋ ਰਹੇ ਹਾਂ, ਇਹਦੇ ਤੋਂ ਬਗੈਰ ਕੋਈ ਦੂਜਾ ਹੈ ਹੀ ਨਹੀਂ। ਪਰ ਅਗਿਆਨਤਾ ਦੇ ਵਿੱਚ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ
ਇਹ ਕੂਰ ਕਿਰਿਆ ਉਰਜਿਓ ਸਭ ਹੀ ਜਗ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਭਾਈ ਨਿਸ਼ਚਾ ਕਰ, ਯਕੀਨ ਕਰ, ਤੂੰ ਰੋਜ਼ ਪੜਦਾ ਹੈ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛੱਡ ਦਿੱਤੇ ਸਾਰੇ ਦੁਆਰ। ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਟੇਕ ਰੱਖਣੀ ਹੈ, ਪਰ ਸਾਡੇ ਦੁਆਰ ਬੜੇ ਨੇ। ਵੀਰਵਾਰ ਅਸੀਂ ਕਿਸੇ ਥਾਂ ਤੇ ਖੜੇ ਹੁੰਨੇ ਆ, ਸ਼ਨੀਵਾਰ ਅਸੀਂ ਕਿਸੇ ਥਾਂ ਤੇ ਖੜੇ ਹੁੰਨੇ ਆ, ਮੰਗਲਵਾਰ ਅਸੀਂ ਕਿਸੇ ਦੇਵੀ ਦੇਵਤੀ ਦੇ ਸ਼ਰਨ ਵਿੱਚ ਗਏ ਹੁੰਨੇ ਆ। ਕਈ ਜਾਵਾਂਗੇ ਕਿ ਅਸੀਂ ਸਾਰੇ ਦੁਆਰ ਛੱਡ ਦਿੱਤੇ ਪਰ ਛੱਡੇ ਨਹੀਂ। ਜਗਿਆਸੂ ਜਾਨੂੰ ਸਤਿਗੁਰੂ ਜੀ ਸਮਝਾਵਨਾ ਕਰਦੇ ਹਨ ਕਿ ਇਹ ਭਾਈ ਤੁਧ ਬਿਨ ਦੂਜਾ ਨਾਹੀ ਕੋਈ। ਸੰਸਾਰ ਦੇ ਧਰਮ ਗ੍ਰੰਥਾਂ ਨੇ, ਗੁਆਂਢੀ ਧਰਮ ਗ੍ਰੰਥਾਂ ਨੇ ਇਹ ਗੱਲ ਮੰਨੀ ਹੈ ਕਿ ਜਨਮ ਦੇਣ ਵਾਲਾ ਦੇਵਤਾ ਕੋਈ ਹੋਰ ਹੈ, ਰਿਜ਼ਕ ਦੇਣ ਵਾਲਾ ਦੇਵਤਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਦੇਵਤਾ ਹੋਰ ਹੈ। ਉਹਨਾਂ ਨੇ ਨਾਂ ਰੱਖ ਦਿੱਤੇ ਸ਼ਿਵ ਜੀ, ਵਿਸ਼ਨੂੰ ਤੇ ਬ੍ਰਹਮਾ। ਆਖਿਆ ਇਹ ਦੇਵਤੇ ਵੱਖਰੇ ਵੱਖਰੇ ਨੇ। ਜਿਹੜਾ ਜਨਮ ਦੇ ਰਿਹਾ ਹੈ ਉਹ ਰਿਜ਼ਕ ਨਹੀਂ ਦੇ ਸਕਦਾ, ਜਿਹੜਾ ਰਿਜ਼ਕ ਦੇ ਰਿਹਾ ਹੈ ਉਹ ਜਨਮ ਨਹੀਂ ਦੇ ਸਕਦਾ, ਜਿਹੜਾ ਜਨਮ ਦੇ ਸਕਦਾ ਉਹ ਮਾਰ ਨਹੀਂ ਸਕਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਕਨਸੈਪਟ ਨੂੰ ਜਪਜੀ ਸਾਹਿਬ ਦੇ ਵਿੱਚ ਕਲੀਅਰ ਕਰ ਦਿੱਤਾ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ, ਤੁਧ ਬਿਨ ਦੂਜਾ ਨਾਹੀ ਕੋਈ। हे ਅਕਾਲ ਪੁਰਖ ਪਰਮਾਤਮਾ, ਇਹ ਤੇਰੀ ਸ੍ਰਿਸ਼ਟੀ ਦੇ ਵਿੱਚ ਤੂੰ ਜਨਮ ਦੇਣ ਵਾਲਾ ਵੀ ਤੂੰ ਹੀ ਹੈ, ਰਿਜ਼ਕ ਦੇਣ ਵਾਲਾ ਵੀ ਤੂੰ ਹੀ ਹੈ, ਮਾਰਨ ਵਾਲਾ ਵੀ ਤੂੰ ਹੀ ਹੈ। ਸਤਿਗੁਰ ਮੇਰਾ ਮਾਰ ਜਵਾਲਾ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲਾ ਹੈ। ਸਤਿਗੁਰੂ ਜੀ ਇਸ ਕਰਕੇ ਸਾਨੂੰ ਸਮਝਾ ਰਹੇ ਨੇ, ਗੁਰਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਤੇ ਟੇਕ ਰੱਖੋ, ਗੁਰਬਾਣੀ ਤੇ ਨਿਸ਼ਚਾ ਰੱਖੋ। ਗੁਰੂ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ ਜਿਹੜਾ ਸਾਡੀ ਰੱਖਿਆ ਕਰ ਸਕਦਾ ਹੋਵੇ। ਤੂੰ ਕਰਤਾਰ ਕਰੇ ਸੋ ਹੋਏ। ਤੂੰ ਕਰਤਾਰ, ਕਰ ਦਾ ਮਤਲਬ ਹੈ ਘਰ, ਤਾਰ ਦਾ ਮਤਲਬ ਹੈ ਸਵਾਸਾਂ ਦੀ ਤਾਰ। ਹੇ ਜੀਵ, ਇਹ ਸਵਾਸਾਂ ਦੀ ਡੋਰੀ ਜਿਹੜੀ ਆ ਨਾ, ਉਸ ਪ੍ਰਭੂ ਪ੍ਰਮਾਤਮਾ ਦੇ ਹੱਥ ਵਿੱਚ ਹੈ। ਤੂੰ ਕਰਤਾਰ ਹੈ, ਤੇਰੇ ਹੱਥ ਵਿੱਚ ਸਾਡੀ ਡੋਰੀ ਹੈ। ਪ੍ਰਭ ਡੋਰੀ ਹੱਥ ਤੁਮਾਰੇ, ਤੇਰੇ ਹੱਥ ਵਿੱਚ ਸਾਡੀ ਡੋਰੀ ਹੈ। ਤੂੰ ਕਰਤਾਰ ਕਰੈ ਸੋ ਹੋਏ। ਹੋਣਾ ਉਹੀ ਕੁਝ ਹੈ ਜੋ ਕੁਝ ਪ੍ਰਮਾਤਮਾ ਨੇ ਕਰਨਾ ਹੈ। ਬੰਦਾ ਤੇ ਬੜੀਆਂ ਛਾਲਾਂ ਮਾਰਦਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਬੰਦਾ ਬੜੀਆਂ ਛਾਲਾਂ ਮਾਰਦਾ ਕਿ ਮੈਂ ਆਹ ਕਰ ਲੈਣਾ, ਮੈਂ ਉਹ ਕਰ ਲੈਣਾ, ਮੈਂ ਇਹ ਕਰ ਲੈਣਾ, ਮੈਂ ਉਹ ਕਰ ਲੈਣਾ। ਪਰ ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੇ ਜੇ ਕਰ ਸਕੀਏ। ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੈ ਤਿਉ ਰਖੀਏ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜੋ ਭਾਵੈ ਤਿਵੇਂ ਬਖਸ਼। ਤੂੰ ਕਰਤਾਰ ਕਰੈ ਸੋ ਹੋਈ। ਹੋਣਾ ਉਹ ਕੁਝ ਹੈ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ, ਜੋ ਸਾਡੇ ਮਨ ਨੂੰ ਚੰਗਾ ਲੱਗਦਾ ਹੈ। ਉਹ ਨਹੀਂ, ਪ੍ਰਮਾਤਮਾ ਸਾਡੇ ਬਾਰੇ ਚੰਗਾ ਹੀ ਸੋਚਦਾ ਹੈ। ਇਸ ਕਰਕੇ ਉਹਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਆਪਣਾ ਜੀਵਨ ਜਿਉਣਾ ਚਾਹੀਦਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਹੇ ਅਕਾਲ ਪੁਰਖ ਪਰਮਾਤਮਾ, ਤੂੰ ਸਾਡੇ ਜੀਵਾਂ ਦੇ ਵਿੱਚ ਤਾਕਤ ਦਿੱਤੀ ਹੈ। ਤੂੰ ਸਾਡੀ ਜੀਵਾ ਦੇ ਵਿੱਚ ਜਿਹੜੀ ਜ਼ੋਰ ਤਾਕਤ ਪਾਈ ਹੈ, ਤੇਰਾ ਆਸਰਾ ਹੈ। ਸਾਡਾ ਜੀਵਨ ਵਿੱਚ ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਉਹਦੇ ਹੱਥ ਵਿੱਚ ਤਾਕਤ ਹੈ, ਉਹਦੇ ਹੱਥ ਵਿੱਚ ਸਾਨੂੰ ਤਾਕਤ ਪਾਈ ਹੈ। ਉਹ ਸਾਡੇ ਅੰਦਰੋਂ ਤਾਕਤ ਖਿੱਚ ਲਵੇ, ਲੱਤਾਂ ਦੇ ਵਿੱਚ ਤੁਰਨ ਦੀ ਤਾਕਤ ਖਿੱਚ ਲਵੇ। ਲੱਤਾਂ ਤੇ ਹੈ ਪਰ ਤੁਰ ਨਹੀਂ ਸਕਣਗੀਆਂ। ਜੀਭ ਦੇ ਵਿੱਚ ਬੋਲਣ ਦੀ ਤਾਕਤ ਪਾਈ ਹੈ, ਪਰ ਜੇ ਉਹ ਆਪਣੀ ਤਾਕਤ ਖਿੱਚ ਲਵੇ, ਜੀਭ ਤਾਂ ਹੈ ਪਰ ਬੋਲ ਨਹੀਂ ਸਕਦਾ। ਜਿਨ ਜੇਵਾ ਦਿੱਤੀ ਬੋਲੇ ਤਾਤ। ਉਹ ਜੀਭ ਤੇ ਪਸ਼ੂਆਂ ਕੋਲ ਵੀ ਹੈ, ਉਹ ਜੀਭ ਤੇ ਜਾਨਵਰਾਂ ਕੋਲ ਵੀ ਹੈ, ਪਰ ਉਹ ਜੀਭ ਮਨੁੱਖ ਨੂੰ ਵੀ ਦਿੱਤੀ ਹੈ।
ਪਰ ਪਸ਼ੂਆਂ ਦੀ ਜੀਭ ਦੇ ਵਿੱਚ ਬੋਲਣ ਦੀ ਤਾਕਤ ਨਹੀਂ ਹੈ, ਤੇਰੀ ਜੀਭ ਦੇ ਵਿੱਚ ਬੋਲਣ ਦੀ ਤਾਕਤ ਪਾਈ ਹੈ। ਸਤਿਗੁਰੂ ਜੀ ਕਹਿੰਦੇ, ਹੇ ਭਾਈ ਉਹਦਾ ਹੀ ਆਸਰਾ ਤੱਕੋ, ਉਹਦੀ ਸ਼ਰਨ ਵਿੱਚ ਰਹਿਣਾ ਕਰੋ ਜੀ। ਸਦਾ ਸਦਾ ਜਪ ਨਾਨਕ ਏਕ। ਸਦਾ ਸਦਾ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਹੇ ਗੁਰਮੁਖ ਪਿਆਰ ਵਾਲਿਓ, ਸਦਾ ਸਦਾ ਜਪ ਨਾਨਕ ਏਕ। ਏਕ ਅਕਾਲ ਪੁਰਖ ਪਰਮਾਤਮਾ, ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਉਹਦਾ ਜਾਪ ਕਰ। ਔਰ ਕਦੋਂ ਕਰਨਾ? ਸਦਾ ਸਦਾ ਦਾ ਭਾਵ ਹੈ ਲਗਾਤਾਰ ਕਰਨਾ ਹੈ, ਵਾਹਿਗੁਰੂ ਦਾ ਜਾਪ ਕਰਨਾ ਹੈ, ਸਿਮਰਨ ਕਰਨਾ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹੇ ਜੀਵ, ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਿਆ ਕਰ। ਸਾਬੇ ਉਪਰ ਪਾਰ ਬ੍ਰਹਮ ਦਾਤਾਰ। ਉਹ ਅਕਾਲ ਪੁਰਖ ਪਰਮਾਤਮਾ ਸਭ ਉੱਪਰ, ਕੀ ਗਰੀਬ ਹੈ ਕੀ ਅਮੀਰ ਹੈ, ਉਹ ਸਾਰਿਆਂ ਦੇ ਉੱਤੇ ਕਿਰਪਾ ਕਰਦਾ ਹੈ, ਸਾਰਿਆਂ ਤੇ ਬਖਸ਼ਿਸ਼ ਕਰਦਾ ਹੈ। ਉਹ ਇਹ ਨਹੀਂ ਵੇਖਦਾ ਇਹ ਕਿਹੜੀ ਜਾਤ ਨਾਲ ਸੰਬੰਧ ਰੱਖਦਾ ਹੈ, ਉਹ ਬ੍ਰਾਹਮਣ ਹੋਵੇ, ਉਹ ਖੱਤਰੀ ਹੋਵੇ, ਉਹ ਸੂਦ ਹੋਵੇ, ਉਹ ਵੈਸ ਹੋਵੇ, ਸਭ ਤੇ ਬਰਾਬਰ ਕਿਰਪਾ ਕਰਦਾ ਹੈ। ਉਹ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਨੂੰ ਦਾਤਾ ਦੇਣ ਵਾਲਾ ਦੱਦਾ ਦਾਤਾ ਏਕ ਹੈ, ਦੂਸਰ ਨਾਹੀਂ ਕੋਈ, ਹੋਰ ਕੋਈ ਦੂਜਾ ਨਹੀਂ ਹੈ। ਸਭ ਨੂੰ ਦਾਤਾਂ ਦੇਣ ਵਾਲਾ ਇੱਕੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ। ਇਸ ਕਰਕੇ ਅਸੀਂ ਅਗਿਆਨਤਾ ਦੇ ਵਿੱਚ ਕਈ ਵਾਰੀ ਮੜੀਆਂ ਕਬਰਾਂ ਤੇ ਜਾ ਕਰਕੇ ਦੁੱਧ ਪੁੱਤਾਂ ਦੀਆਂ ਦਾਤਾਂ ਮੰਗਦੇ ਫਿਰਦੇ ਆ। ਦਾਦੂ ਆਖਦਾ, ਇੱਕ ਦਾਦੂ ਦੁਨੀਆ ਬਾਬਰੀ, ਕਹਿੰਦੇ ਕਮਲੇ ਹੋ ਗਏ ਨੇ ਲੋਕ। ਦਾਦੂ ਦੁਨੀਆ ਬਾਬਰੀ, ਮੜੀਆਂ ਪੂਜੈ ਯੂਤ, ਉਹ ਆਪ ਮੂੰ ਇਹ ਜਗ ਔਂਤਰੇ, ਉਨਸੇ ਮੰਗੇ ਪੂਤ। ਜਿਹੜੇ ਆਪ ਔਂਤਰੇ ਨੇ, ਪਤਾ ਨਹੀਂ ਉਹ ਕੌਣ ਨੇ, ਉਹਨਾਂ ਦੇ ਕੋਲ ਜਾ ਜਾ ਕੇ, ਕਬਰਾਂ ਤੇ ਜਾ ਜਾ ਕੇ ਦੁੱਧ ਪੁੱਤ ਮੰਗਦੇ ਹੋ। ਤੁਹਾਨੂੰ ਦੁੱਧ ਦੀ ਲੋੜ ਹੈ, ਤੁਹਾਨੂੰ ਪੁੱਤ ਦੀ ਲੋੜ ਹੈ। ਦੂਧ ਪੂਤ ਕੇ ਦਵਈਆ, ਦਾਤਾ ਮਹਾਦਾਨ ਹੋ। ਇੱਥੋਂ ਦੁੱਧ ਵੀ ਮਿਲਦਾ ਹੈ, ਇੱਥੋਂ ਪੁੱਤ ਵੀ ਮਿਲਦੇ ਨੇ। ਪਰ ਅਸੀਂ ਅਗਿਆਨਤਾ ਦੇ ਵਿੱਚ ਹੋਰ ਪਾਸੇ ਤੁਰੇ ਫਿਰਦੇ ਹਾਂ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ ਕਿ ਸਭ ਉੱਪਰ ਪਾਰ ਬ੍ਰਹਮ, ਉਹ ਅਕਾਲ ਪੁਰਖ ਪਰਮਾਤਮਾ ਦਾਤਾਰ ਦਾਤਾ, ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ। ਤੇਰੀ ਟੇਕ ਤੇਰਾ ਆਧਾਰ। ਤੇਰੀ ਟੇਕ ਆਸਰਾ, ਹੇ ਅਕਾਲ ਪੁਰਖ ਪਰਮਾਤਮਾ, ਮੈਨੂੰ ਤੇਰਾ ਆਸਰਾ ਹੈ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁ ਨਾ ਤ੍ਰਿਸ਼ਨਾ ਲਾਗੇ ਆਏ। ਮਾਰੇ ਰਾਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਅਕਾਲ ਪੁਰਖ ਪਰਮਾਤਮਾ ਤੇ ਟੇਕ ਰੱਖਣੀ ਹੈ, ਬੰਦੇ ਦੀ ਟੇਕ ਨਹੀਂ, ਬੰਦੇ ਦਾ ਆਸਰਾ ਨਹੀਂ। ਇਸ ਕਰਕੇ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਾਨੂੰ ਸਮਝਾਉਂਦੇ ਹਨ, ਹੇ ਭਾਈ, ਉਸ ਅਕਾਲ ਪੁਰਖ ਪਰਮਾਤਮਾ ਤੇ ਯਕੀਨ ਰੱਖ। ਕਾਹੂ ਕੋ ਭਰੋਸੇ ਹੈ ਜ਼ਮੀਨ ਕੋ ਜਮਾਨੇ ਵਿੱਚ, ਕਾਹੂ ਕੋ ਭਰੋਸੇ ਸੰਤ ਗਿਰੀ ਕੀ ਮਜਾਦ में। ਕਿਸੇ ਨੂੰ ਕਿਸੇ ਤੇ ਭਰੋਸਾ ਹੋਏਗਾ, ਕਿਸੇ ਨੂੰ ਕਿਸੇ ਤੇ ਭਰੋਸਾ ਹੋਏਗਾ। ਮੋਕੋ ਤੋਂ ਭਰੋਸਾ ਇੱਕ ਗ੍ਰੰਥ ਮਹਾਰਾਜ में, ਗੁਰੂ का ਸਿੱਖ ਆਖੇ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ, ਹੋਰ ਕਿਸੇ ਤੇ ਕੋਈ ਭਰੋਸਾ ਨਹੀਂ, ਹੋਰ ਕੋਈ ਯਕੀਨ ਨਹੀਂ ਹੈ। ਇਸ ਕਰਕੇ ਤੇਰਾ ਹੀ ਆਸਰਾ ਹੈ। ਰਹਾਓ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ, ਹੈ ਤੂੰ ਹੋਵਨਹਾਰ। ਹੈ ਤੂੰ ਹੋਵਨਹਾਰ। ਅਸੀਂ ਕੱਲ ਨਹੀਂ ਸੀਗੇ, ਅੱਜ ਹਾਂ ਤੇ ਕੱਲ ਨਹੀਂ ਹੋਵਾਂਗੇ। ਕਹਿਣ ਦਾ ਭਾਵ ਹੈ ਅਸੀਂ ਕੱਲ ਨਹੀਂ ਸੀ, ਅੱਜ ਹਾਂ, ਕੱਲ ਨਹੀਂ ਹੋਵਾਂਗੇ। ਉਹ ਅਕਾਲ ਪੁਰਖ ਪਰਮਾਤਮਾ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਹੋਵੇਗਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਦੋਂ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨਾ, ਤੇ ਉਹਨਾਂ ਨੇ ਆਪਣੇ ਧਰਮ ਦੀ ਰੱਖਿਆ ਵਾਸਤੇ ਮੰਗ ਕੀਤੀ। ਉਹਨਾਂ ਦਾ ਸਹਾਰਾ ਕੋਈ ਨਹੀਂ ਸੀ, ਉਹਨਾਂ ਨੂੰ ਕੋਈ ਐਸਾ ਸਥਾਨ ਨਾ ਮਿਲੇ ਜਿੱਥੇ ਜਾ ਕਰਕੇ
ਉਹਨਾਂ ਦਾ ਦੁੱਖ ਸਾਂਝਾ ਕਰ ਸਕਣ, ਉਹਨਾਂ ਦੀ ਕੋਈ ਬਾਹ ਫੜ ਸਕੇ। ਫਿਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਕਰਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ, ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਗ, ਹੈ ਸਭ ਜਗ ਪਇਓ, ਜੈ 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 ਸੁਰ ਲੋਗ। ਹੈ ਦਾ ਮਤਲਬ ਇਹ ਨਹੀਂ ਤੇ ਹਾਹਾਕਾਰ ਨਹੀਂ, ਹੈ ਦਾ ਮਤਲਬ ਹੈ ਗੁਰੂ ਹੈ, ਅਜੇ ਵੀ ਹੈ, ਜਿਹੜਾ ਸਾਡੀ ਕੋਈ ਬਾਹ ਫੜਨ ਵਾਲਾ ਹੋਵੇਗਾ, ਜਿਹੜਾ ਸਾਡੀ ਬਾਹ ਫੜ ਸਕਦਾ ਹੈ, ਜਿਹੜਾ ਸਾਡੇ ਦੁੱਖ ਸੁਣ ਸਕਦਾ ਹੈ। ਅਸੀਂ ਸੋਚਿਆ ਸੀ ਹੈ ਨਹੀਂ, ਪਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ, ਗੁਰੂ ਕੇ ਸਿੱਖਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਿਆ ਕਰ। ਜਦੋਂ ਪੜ੍ਹਦਾ ਨਾ ਤੂੰ ਮੂਲ ਮੰਤਰ, ਉਦੋਂ ਤੂੰ ਇਹ ਪਾਵਨ ਬਚਨ ਉਚਾਰਨ ਕਰਦਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਹੈ ਤੂੰ ਹੈ, ਤੂੰ ਹੋਵਨਹਾਰ। ਇਹ ਦੁਨੀਆ ਦੇ ਉੱਤੇ ਧਰਤ ਆਕਾਸ਼ ਪਤਾਲ ਚੰਦ ਸੂਰ ਬਿਨਾਸੀ, ਇਹ ਦੁਨੀਆ ਦੇ ਉੱਤੇ ਆ ਜਿਹੜਾ ਧਰਤੀ ਹੈ ਇੱਕ ਦਿਨ ਹੈ, ਇੱਕ ਦਿਨ ਨਹੀਂ ਸੀ, ਅੱਜ ਹੈ, ਕੱਲ ਨੂੰ ਨਹੀਂ ਹੋਵੇਗੀ। ਇਹ ਸੂਰਜ ਜਿਹੜਾ ਇੱਕ ਦਿਨ ਨਹੀਂ ਸੀ, ਅੱਜ ਹੈ, ਕੱਲ ਨੂੰ ਨਹੀਂ ਹੋਵੇਗਾ। ਇਹ ਆਕਾਸ਼ ਇੱਕ ਦਿਨ ਨਹੀਂ ਸੀ, ਅੱਜ ਹੈ, ਕੱਲ ਨੂੰ ਨਹੀਂ ਹੋਵੇਗਾ। ਧਰਤ ਆਕਾਸ਼ ਪਤਾਲ ਚੰਦ ਸੂਰ ਬਿਨਾਸੀ। ਸਤਿਗੁਰੂ ਜੀ ਕਹਿੰਦੇ ਨਿਹਚਲ ਸੱਚ ਖੁਦਾਏ, ਏ ਖੁਦਾਏ ਬੰਦਾ ਅਬਨਾਸੀ। ਇਹ ਭਾਈ ਇਹ ਦੁਨੀਆ ਦੇ ਉੱਤੇ ਤਾਂ ਚਲਾਏਮਾਨ ਹੋ ਸਕਦੇ ਨੇ, ਪਰ ਉਹ ਅਕਾਲ ਪੁਰਖ ਪਰਮਾਤਮਾ ਹੈ ਵੀ ਹੈ ਸੀ, ਹੁਣ ਵੀ ਹੈ ਤੇ ਅਗਾਂਹ ਨੂੰ ਵੀ ਹੋਵੇਗਾ। ਅਗਮ ਅਗਾਧ ਊਚ ਆਪਾਰ, ਅਗਮ ਅਗਾਧ ਊਚ ਅਪਾਰ। ਉਹ ਅਪਹੁੰਚ ਹੈ, ਸਾਡੇ ਗਿਆਨ ਇੰਦਰੀਆਂ ਦੇ ਨਾਲ ਉਸ ਦੀ ਪਕੜ ਨਹੀਂ ਕੀਤੀ ਜਾ ਸਕਦੀ। ਉਹਦੀ ਵਿਚਾਰਧਾਰਾ ਉੱਚੀ ਹੈ, ਅਪਾਰ ਹੈ, ਪਹੁੰਚ ਤੂੰ ਪਰੇ ਹੈ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ। ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਦੇ ਹਨ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਨਿਰਭਉ ਨੂੰ ਜਪਦਾ, ਜਿਹੜਾ ਸੂਰਜ ਦੀ ਪੂਜਾ ਕਰਦਾ, ਜਿਹੜਾ ਧਰਤੀ ਦੀ ਪੂਜਾ ਕਰਦਾ, ਜਿਹੜਾ ਪਾਣੀ ਦੀ ਪੂਜਾ ਕਰਦਾ, ਇਹ ਸਾਰੇ ਨਿਰਭਉ ਨਹੀਂ, ਭੈ ਦੇ ਵਿੱਚ ਨੇ। ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਬਾਕੀ ਸਾਰੇ ਭੈ ਦੇ ਵਿੱਚ ਹੈ। ਤੇ ਜਿਹੜੀਆਂ ਸ਼ਕਤੀਆਂ ਪਹਿਲੇ ਭੈ ਦੇ ਵਿੱਚ ਨੇ, ਉਹਨਾਂ ਦਾ ਕੋਈ ਸਿਮਰਨ ਕਰੇਗਾ, ਉਹ ਆਪ ਭੈ ਵਿੱਚ ਹੈ। ਸਾਨੂੰ ਨਿਰਭਉ ਕਿਵੇਂ ਕਰਨਗੀਆਂ, ਸਾਡਾ ਡਰ ਕਿਵੇਂ ਦੂਰ ਕਰਨਗੀਆਂ? ਜਿਹੜਾ ਆਪ ਸੂਰਜ ਭੈ ਵਿੱਚ ਹੈ, ਉਹ ਭੈ ਦੇ ਵਿੱਚ ਚੱਲ ਰਿਹਾ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਜਿਹੜਾ ਸੂਰਜ ਭੈ ਦੇ ਵਿੱਚ ਹੈ, ਜੇ ਕੋਈ ਸੂਰਜ ਦੀ ਪੂਜਾ ਕਰੇਗਾ ਤੇ ਉਹ ਨਿਰਭਉ ਕਿਵੇਂ ਹੋ ਸਕੇਗਾ? ਇਸ ਕਰਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਉਹ ਨਿਰਭਉ ਵੀ ਹੈ, ਉਹਨੂੰ ਡਰ ਕੋਈ ਨਹੀਂ ਹੈ। ਜਿਹੜਾ ਉਸ ਮੂਲ ਮੰਤਰ ਦਾ ਜਾਪ ਕਰੇਗਾ, ਉਹਦੇ ਅੰਦਰੋਂ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿ ਜਾਏਗਾ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਜੋ ਤੁਧ ਸੇਵੈ ਤਿਨ ਭਉ ਦੁੱਖ ਨਾਹੀਂ। ਫਿਰ ਉਹਨੂੰ ਕੋਈ ਦੁੱਖ ਵੀ ਨਹੀਂ ਪਹੁੰਚ ਸਕਦਾ। ਦੁੱਖ ਆਣਗੇ ਜ਼ਰੂਰ, ਪਰ ਉਹ ਆਖੇਗਾ ਕੇਤਿਆਂ ਦੁੱਖ ਭੂਖ ਸਦ ਮਾਰ। ਇਹ ਵੀ ਦਾਤ ਤੇਰੀ ਦਾਤਾਰ। ਉਹ ਕਹੇਗਾ ਅਕਾਲ ਪੁਰਖ ਪਰਮਾਤਮਾ, ਜੇ ਅਮੀਰੀ ਆ ਗਈ ਹੈ, ਇਹ ਵੀ ਤੇਰੀ ਦਾਤ ਹੈ। ਭੁੱਖ ਦਾ ਮਤਲਬ ਜੇ ਗਰੀਬੀ ਆ ਗਈ ਹੈ, ਜੇ ਗਰੀਬੀ ਆ ਗਈ ਹੈ, ਇਹ ਵੀ ਤੇਰੀ ਦਾਤ ਹੈ। ਜੇ ਸੁੱਖ ਆਏ ਨੇ, ਇਹ ਵੀ ਤੇਰੀ ਦਾਤ ਹੈ। ਜੇ ਦੁੱਖ ਆਏ ਨੇ ਤੇ ਇਹ ਵੀ ਤੇਰੀ ਦਾਤ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੇ। ਇਹ 9ਵੇਂ ਪਾਤਸ਼ਾਹ ਦਾ ਸ਼ਬਦ ਹੈ, ਜਿਹਦੇ ਵਿੱਚ 18 ਖੂਬੀਆਂ ਗੁਰੂ ਕੇ ਸਿੱਖ ਦੀਆਂ ਅੰਕਿਤ ਕੀਤੀਆਂ ਨੇ। ਜਿਹੜੇ ਨਾਮ ਜਪਦੇ ਨੇ, ਉਹਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਦੁੱਖ ਆਉਂਦੇ ਤੇ ਜ਼ਰੂਰ ਨੇ, ਪਰ ਉਹ ਦੁੱਖਾਂ ਦੇ ਵਿੱਚ ਗੁਰੂ ਤੋਂ ਬੇਮੁਖ ਨਹੀਂ ਹੁੰਦੇ ਜਾਂ ਗੁਰੂ ਦਾ ਦਰ ਨਹੀਂ ਛੱਡ ਜਾਂਦੇ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ,
ਉਹ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਜਗ ਮੈਂ ਉਤਮ ਕਾਢੀਐ ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰੂ ਪੇਖਣਾ। ਸਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰਤਿਆ। ਦਰਗਹਿ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ। ਜਿਸਨੂੰ ਇਹ ਵੱਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕਈ ਕੇ। ਘਰ ਦੇ ਵਿੱਚ ਜਿੰਨੇ ਜੀ ਨੇ ਨਾ, ਕੋਈ ਜੀਵ ਐਸਾ ਨਹੀਂ ਹੋਵੇਗਾ ਜਿਹੜਾ ਭੋਜਨ ਤੋਂ ਬਗੈਰ ਰਹਿ ਰਿਹਾ ਹੋਵੇਗਾ। ਭੋਜਨ ਤੋਂ ਬਗੈਰ, ਤੇ ਭੋਜਨ ਵੀ ਤਿੰਨ ਵਾਰੀ ਕਹੇ। ਸ਼ਾਹ ਸਵੇਰ ਦਾ ਬ੍ਰੇਕਫਾਸਟ, ਸ਼ਾਹ ਵੇਲਾ, ਦੁਪਹਿਰ ਵੇਲਾ, ਸ਼ਾਮ ਵੇਲਾ, ਇਹ ਤਾਂ ਸਾਰੇ ਕਰੀ ਜਾਂਦੇ ਨੇ। ਪਰ ਘਰ ਵਿੱਚ ਸਾਰੇ ਜੀ ਭਜਨ ਨਹੀਂ ਜੇ ਕਰਦੇ, ਸਾਰੇ ਜੀ ਜਪਜੀ ਸਾਹਿਬ ਨਹੀਂ ਜੇ ਪੜ੍ਹਦੇ, ਸਾਰੇ ਨਿਤਨੇਮ ਨਹੀਂ ਜੇ ਕਰਦੇ, ਸਾਰੇ ਜੀ ਗੁਰੂ ਦੇ ਘਰ ਵਿੱਚ ਨਹੀਂ ਆਉਂਦੇ। ਸਤਿਗੁਰੂ ਜੀ ਸਮਝਾਵਨਾ ਕਰਦੇ ਹਨ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਹ ਗੁਣ ਗਾਉਂਦੇ ਨੇ। ਉਹ ਤਾਂ ਕਹਿੰਦੇ ਨੇ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ ਉਹਨਾਂ ਦੇ ਮਨ ਵਿੱਚ ਚਾਹ ਬਣਿਆ ਰਹਿੰਦਾ ਹੈ। ਜੋ ਦੀਸੈ ਸੋ ਤੇਰਾ ਰੂਪ। ਜੋ ਦਿਸੈ ਸੋ ਤੇਰਾ ਰੂਪ। ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਰਵ ਰਿਓ ਸਭਨੀ ਜਾਈ। ਉਹ ਜਿਹੜੇ ਨਾਮ ਜਪਣ ਵਾਲੇ ਨੇ ਉਹ ਇਹ ਨਹੀਂ ਵੇਖਦੇ ਇਹ ਗੋਰਾ ਹੈ, ਇਹ ਕਾਲਾ ਹੈ, ਇਹ ਚਿੱਟਾ ਹੈ, ਛੋਟਾ ਹੈ, ਇਹ ਵੱਡਾ ਹੈ। ਉਹ ਆਖਦੇ ਨੇ ਜੋ ਵੀ ਅਸੀਂ ਦੇਖਦੇ ਹਾਂ ਇਹ ਵਾਹਿਗੁਰੂ ਸਭ ਤੇਰਾ ਹੀ ਰੂਪ ਹੈ। ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਕਨ੍ਹਈਆ ਜੀ ਆਪਣੀ ਜਲ ਦੀ ਸੇਵਾ ਕਰ ਰਹੇ ਨੇ, ਦੁਸ਼ਮਣ ਦੇ ਨਾਲ ਜੰਗ ਹੋ ਰਿਹਾ ਹੈ, ਤੇ ਕੁਝ ਸਿੰਘਾਂ ਨੇ ਆ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ, ਮਹਾਰਾਜ ਨੂੰ ਆਖਿਆ, ਮਹਾਰਾਜ ਦੁਸ਼ਮਣ ਸਾਡੇ ਨਾਲ ਲੜਦਾ ਹੈ, ਅਸੀਂ ਉਹਨੂੰ ਮਾਰਦੇ ਹਾਂ, ਪਰ ਇਹ ਭਾਈ ਕਨ੍ਹਈਆ ਜ਼ਖਮੀ ਹੋਇਆ ਨੂੰ ਔਰ ਤੜਫਦਿਆਂ ਦੇ ਮੂੰਹ ਵਿੱਚ ਪਾਣੀ ਪਾ ਕਰਕੇ ਫਿਰ ਸੁਰਜੀਤ ਕਰ ਦਿੰਦਾ ਹੈ, ਖੜੇ ਕਰ ਦਿੰਦਾ ਹੈ, ਉਹ ਸਾਡੇ ਨਾਲ ਫਿਰ ਲੜਨ ਲੱਗ ਪੈਂਦੇ ਨੇ। ਅੱਛਾ ਬੁਲਾਓ ਭਾਈ ਕਨ੍ਹਈਆ ਜੀ ਨੂੰ। ਭਾਈ ਕਨ੍ਹਈਆ ਜੀ ਨੂੰ ਬੁਲਾਇਆ ਗਿਆ। ਭਾਈ ਕਨ੍ਹਈਆ ਜੀ ਤੇਰੀ ਸ਼ਿਕਾਇਤ ਆਈ ਹੈ। ਗੁਰੂ ਸਾਹਿਬ ਜੀ ਜਾਣਦੇ ਸਨ ਸਭ ਕੁਝ। ਉਹ ਉਹਨਾਂ ਨੂੰ ਵੀ ਸਮਝਾਉਣਾ ਚਾਹੁੰਦੇ ਸਨ ਜਿਹੜੇ ਸ਼ਿਕਾਇਤਾਂ ਲੈ ਕੇ ਆਉਂਦੇ ਨੇ। ਔਰ ਜਦੋਂ ਆਏ ਨੇ ਤੇ ਆਖਿਆ, ਭਾਈ ਕਨ੍ਹਈਆ ਤੇਰੀ ਇਹ ਸਿੰਘ ਸ਼ਿਕਾਇਤ ਕਰਦੇ ਨੇ, ਤੂੰ ਗੈਰਾਂ ਦੇ ਮੂੰਹ ਵਿੱਚ ਪਾਣੀ ਪਾਉਣਾ, ਤੂੰ ਦੁਸ਼ਮਣਾਂ ਦੇ ਮੂੰਹ ਵਿੱਚ ਪਾਣੀ ਪਾਉਣਾ। ਆਖਿਆ ਨਾ 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 ਮਹਾਰਾਜ, ਮੈਂ ਕਿਸੇ ਗੈਰ ਦੇ ਮੂੰਹ ਵਿੱਚ ਪਾਣੀ ਨਹੀਂ ਜੇ ਪਾਇਆ, ਮੈਂ ਕਿਸੇ ਦੁਸ਼ਮਣ ਦੇ ਮੂੰਹ ਵਿੱਚ ਪਾਣੀ ਨਹੀਂ ਪਾਇਆ। ਲਾਗੇ ਸਿੰਘ ਜਿਹੜੇ ਖੜੇ ਸੀ, ਮਹਾਰਾਜ ਇਹ ਝੂਠ ਬੋਲਦਾ ਹੈ, ਅਸੀਂ ਵੇਖਿਆ ਹੈ, ਅਸੀਂ ਵੇਖਿਆ ਗੈਰਾਂ ਦੇ ਮੂੰਹ ਵਿੱਚ ਪਾਣੀ ਪਾਉਂਦਾ ਸੀ, ਇਹ ਦੁਸ਼ਮਣਾਂ ਦੇ ਮੂੰਹ ਵਿੱਚ ਪਾਣੀ ਪਾਉਂਦਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੂੰ ਭਾਈ ਕਨ੍ਹਈਆ ਜੀ ਨੇ ਆਖਿਆ, ਮਹਾਰਾਜ ਮੈਂ ਕਿਸੇ ਗੈਰ ਦੇ ਮੂੰਹ ਵਿੱਚ ਪਾਣੀ ਨਹੀਂ ਪਾਇਆ, ਮੈਂ ਕਿਸੇ ਦੁਸ਼ਮਣ ਦੇ ਮੂੰਹ ਵਿੱਚ ਪਾਣੀ ਨਹੀਂ ਪਾਇਆ। ਤੁਸੀਂ ਇਹ ਸਬਕ ਪੜਾਇਆ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਉਹ ਸਗਲ ਸੰਗ ਹਮ ਕੋ ਬਣਾਈ। ਮੈਂ ਜਿਹਦੇ ਮੂੰਹ ਵਿੱਚ ਵੀ ਪਾਣੀ ਪਾਉਂਦਾ ਸੀ, ਮਹਾਰਾਜ ਮੈਨੂੰ ਉਸ ਮੂੰਹ ਦੇ ਵਿੱਚੋਂ ਤੇਰਾ ਮੁਖ ਨਜ਼ਰ ਆਉਂਦਾ ਸੀਗਾ, ਮੈਂ ਤੇਰੇ ਮੁਖ ਵਿੱਚ ਪਾਣੀ ਪਾਇਆ ਹੈ। ਇਸ ਕਰਕੇ ਗੁਰੂ ਕੇ ਸਿੱਖ ਕਹਾਉਣ ਵਾਲੇ ਜਿਹੜੇ ਨੇ, ਨਾਮ ਜਪਣ ਵਾਲੇ ਨੇ, ਬਾਣੀ ਪੜਨ ਵਾਲੇ ਨੇ, ਉਹ ਆਪਣੇ ਮਖਾਰ ਬਿੰਦ ਤੋਂ ਮਾੜੇ ਸ਼ਬਦ ਨਹੀਂ ਜੇ ਬੋਲਦੇ, ਕੱਚਾ ਸ਼ਬਦ ਨਹੀਂ ਜੇ ਬੋਲਦੇ। ਉਹ ਆਖਦੇ ਨੇ, ਮਹਾਰਾਜ ਜੋ ਦਿਸੈ ਸੋ ਤੇਰਾ ਰੂਪ ਹੈ, ਇਹ ਤੇਰੇ ਬਣਾਏ ਹੋਏ ਤੇਰੇ ਜੀਵ ਜੰਤ ਨੇ, ਤੂੰ ਇਹਨਾਂ ਦੇ ਵਿੱਚ ਰਹਿ ਰਿਹਾ ਹੈ, ਮੈਨੂੰ ਇਹਨਾਂ ਦੇ ਵਿੱਚੋਂ ਵੀ ਤੂੰ ਨਜ਼ਰ ਆਉਂਦਾ ਹੈ। ਗੁਣ ਨਿਧਾਨ ਗੋਵਿੰਦ ਅਨੂਪ। ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਅਕਾਲ ਪੁਰਖ ਪ੍ਰਮਾਤਮਾ ਗੁਣਾਂ ਦਾ ਖਜ਼ਾਨਾ ਹੈ। ਔਰ ਵੇਖੋ ਨਿਮਰਤਾ ਕਿੰਨੀ ਹੈ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਵਿੱਚ। ਕਿੱਡਾ ਵੱਡਾ ਕਾਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਆ। ਸੰਪਾਦਨਾ ਕਰਨ ਤੋਂ ਬਾਅਦ ਫਿਰ ਕੀ ਆਖਿਆ ਆਖਰ ਦੇ ਵਿੱਚ,
ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਖਿਆ ਮੈਂ ਨਿਰਗੁਣ ਆਰਾ, ਮੇਰੇ ਵਿੱਚ ਗੁਣ ਕੋਈ ਨਹੀਂ ਹੈ। हे ਅਕਾਲ ਪੁਰਖ ਪ੍ਰਮਾਤਮਾ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਉਹਦੇ ਵਿੱਚ ਅਤ ਦੀ ਨਿਮਰਤਾ ਹੈ। ਉਹ ਇਹ ਗੱਲ ਕਹਿ ਰਿਹਾ, ਮੇਰੇ ਵਿੱਚ ਗੁਣ ਕੋਈ ਨਹੀਂ ਹੈ। ਰੋਜ਼ ਅਸੀਂ ਪੜ੍ਹਦੇ ਹਾਂ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਉਹ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਪ੍ਰਮਾਤਮਾ ਅਨੂਪ ਅਤ ਦਾ ਸੁੰਦਰ ਹੈ। ਸਿਮਰ 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 ਜਨ ਸੋਏ। ਹੁਣ ਇੱਥੇ ਬਾਰੰਬਾਰ ਬਾਰ ਪ੍ਰਭ ਜਪੀਏ, ਸਾਨੂੰ ਸੰਦੇਸ਼ ਕੀਤਾ ਜਾ ਰਿਹਾ ਹੈ। ਅਸੀਂ ਨਿਤਨੇਮ ਬਾਣੀ ਤਾਂ ਪੜ੍ਹਦੇ ਹਾਂ, ਪਰ ਸਿਮਰਨ ਨਹੀਂ ਕਰਦੇ। ਸੁਖਮਨੀ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ? ਕਲ ਕਲੇਸ਼, ਘਰ ਦੇ ਵਿੱਚ ਜਿਹੜੀ ਕਲਾ ਕਲੇਸ਼ ਆ ਨਾ, ਕਲਾ ਕਲੇਸ਼, ਲੜਾਈ ਝਗੜੇ, ਇਹ ਭੁਲੇਖੇ ਵਿੱਚ ਨਾ ਰਹਿ ਜਾਈਏ ਕਿ ਕਿਸੇ ਬਾਬੇ ਕੋ ਧਾਗਾ ਤਵੀਤ ਕਰਾ ਕੇ ਲਿਆ ਕੇ ਉਹਦੇ ਨਾਲ ਸਾਡੇ ਘਰ ਦੇ ਕਲਾ ਕਲੇਸ਼ ਖਤਮ ਹੋ ਜਾਣਗੇ, ਹੋਰ ਵੱਧ ਜਾਣਗੇ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਉਹ ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਏ। ਹਰ ਕਾ ਸਿਮਰਨ ਛੱਡ ਕੇ, ਪਰਮਾਤਮਾ ਦਾ ਸਿਮਰਨ ਛੱਡ ਕੇ ਰਾਤ ਜਗਾਵਣ। ਰਾਤ ਦਾ ਮਤਲਬ ਰਾਤ ਨੂੰ ਗਲੀਆਂ ਖੁੰਝਿਆਂ ਦੇ ਵਿੱਚ, ਚੁਰਾਹੇ ਦੇ ਵਿੱਚ ਟੂਣੇ ਕਰਦਾ ਫਿਰਦਾ, ਜਾ ਕੇ ਉੱਥੇ ਘੜੇ ਭੰਨਦਾ ਫਿਰਦਾ, ਮੌਲੀਆਂ ਬੰਨਦਾ ਫਿਰਦਾ, ਦਾਣੇ ਸੁੱਟਦਾ ਫਿਰਦਾ। ਉਹ ਤੇਰਾ ਟੂਣਿਆਂ ਨੇ ਕੁਝ ਨਹੀਂ ਕਰਨਾ, ਟੂਣਿਆਂ ਨੇ ਤੇਰਾ ਘਰ ਵਿਗਾੜ ਦੇਣਾ ਹੈ। ਸਤਿਗੁਰੂ ਜੀ ਕਹਿੰਦੇ, ਫਿਰ ਤੈਨੂੰ ਮੈਂ ਇੱਕ ਮੰਤਰ ਦਵਾਂ। ਉਹ ਮੰਤਰ ਕੀ ਹੈ? ਸਤਨਾਮ ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿਮਰ 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 ਜਨ ਸੋਏ। 3 ਵਾਰੀ ਵਾਰ-ਵਾਰ ਆਖਿਆ, ਵਾਰ-ਵਾਰ। ਕਿਸੇ ਵੈਦ ਹਕੀਮ ਕੋ ਦਵਾਈ ਲੈਣ ਜਾਈਏ ਨਾ, ਉਹ ਜੇ ਰੋਗ ਠੀਕ ਹੋਣ ਲੱਗ ਪਵੇ ਤਾਂ ਦਵਾਈ ਬਦਲ ਦਿੰਦਾ। ਜੇ ਰੋਗ ਨਾ ਠੀਕ ਹੋਵੇ, ਕਹਿੰਦਾ ਇਹ ਲਗਾਤਾਰ ਇਹੋ ਹੀ ਖਾਂਦੇ ਜਾਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਤੇਰਾ ਰੋਗ ਜੇ ਠੀਕ ਨਹੀਂ ਜੇ ਹੋਇਆ, ਇਸ ਕਰਕੇ ਵਾਰ-ਵਾਰ ਸਿਮਰ ਇਹਨੂੰ, ਰੋਜ਼-ਰੋਜ਼ ਸਿਮਰ। ਇਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ। ਜਿਹਦੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਸਿਮਰਨ ਦੀਆਂ ਕੂਕਾਂ ਪੈਣਗੀਆਂ, ਜਿਹਦੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਅੰਮ੍ਰਿਤਮਈ ਬਾਣੀ ਦੇ ਜਾਪ ਹੋਣਗੇ, ਉਸ ਘਰ ਦੇ ਵਿੱਚ ਤਾਂ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਿੱਤਾ ਬੰਨਾ। ਉਸ ਘਰ ਦੇ ਵਿੱਚ ਤਾਂ ਮੈਂ ਬੰਨ ਲਾ ਦਿੱਤਾ ਹੈ, ਕੋਈ ਅੰਦਰ ਦੁੱਖ ਨਹੀਂ ਜਾ ਸਕਦਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਉਹ ਜਿਹੜੇ ਦੁੱਖ, ਜਿਹੜੇ ਰੋਗ ਘਰ ਵਿੱਚ ਡੇਰਾ ਲਾ ਕੇ ਬੈਠ ਗਏ ਸੀ, ਉਹ ਵੀ ਆਪਣਾ ਡੇਰਾ ਡੰਡਾ ਚੁੱਕ ਕੇ ਘਰੋਂ ਚਲ ਗਏ ਨੇ। ਕਿਉਂ ਚਲ ਗਏ? ਉੱਥੇ ਸਿਮਰਨ ਹੋਣ ਲੱਗ ਪਿਆ, ਉੱਥੇ ਜਪਜੀ ਸਾਹਿਬ ਦਾ ਪਾਠ ਹੋਣ ਲੱਗ ਪਿਆ, ਉੱਥੇ ਰਹਿ ਰਸ ਦਾ ਪਾਠ ਹੋਣ ਲੱਗ ਪਿਆ। ਦੁੱਖ ਤਾਂ ਹੀ ਆਏ ਸੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹੁਣ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਿਮਰਨ ਦੀ ਦਾਤ ਮੇਰੀ ਝੋਲੀ ਵਿੱਚ ਪਾਈ ਹੈ, ਇਹ ਮਾਰਗ ਚਲਤ ਚਲੇ ਚਲਤੇ ਹਰ ਗਾਈਏ। ਉਹ ਗੁਰਮੁਖ ਪਿਆਰ ਵਾਲਿਓ, ਹੁਣ ਤਾਂ ਮੈਂ ਘਰ ਦਾ ਕੰਮਕਾਰ ਕਰਦਿਆਂ, ਬੀਬੀਓ ਭਾਂਡੇ ਮਾਂਜਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਮਨ ਮਾਂਜ ਜਾਣਾ ਹੈ। ਵੋਕਰ ਦਿੰਦਿਆਂ ਜਿੱਥੇ ਅਸੀਂ ਘਰ ਦਾ ਕੂੜਾ ਇਕੱਠਾ ਕਰਕੇ ਬਾਹਰ ਸੁੱਟ ਦੇਣਾ,
ਆਪਣੇ ਅੰਦਰੋਂ ਵਿਕਾਰਾਂ ਦਾ ਕੂੜਾ ਵੀ ਬਾਹਰ ਸੁੱਟ ਦੇਣਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਸਿਮਰਨ ਕਰਿਆ ਕਰ। ਨਾਨਕ ਕਰਮ ਪ੍ਰਾਪਤ ਹੋਏ। ਕਰਮ ਦਾ ਭਾਵ ਹੈ ਜੇ ਚੰਗੇ ਕਰਮ ਨੇ। ਅੱਜ ਰਾਗੀ ਸਿੰਘ ਦਰਬਾਰ ਸਾਹਿਬ ਵਿੱਚ ਪੜ੍ਹ ਰਹੇ ਸਨ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ, ਕਰਮੀ ਆਪੋ ਆਪਣੀ ਕਿਰਤ ਕਰਮ ਕੇ ਵਿਛੜੇ। ਆਪਣੇ ਕਰਮ ਹੀ ਮਾੜੇ ਨੇ, ਅਸੀਂ ਕੀ ਕਰੀਏ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ। ਉਹ ਮੇਰੇ ਕਰਮ ਹੀ ਇਦਾਂ ਦੇ ਨੇ, ਮੈਂ ਆਪਣੇ ਕਰਮਾਂ ਦਾ ਫਲ ਭੁਗਤਦਾ। ਨਾਨਕ ਕਰਮ ਪ੍ਰਾਪਤ ਹੋਏ, ਜੇ ਚੰਗੇ ਕਰਮ ਹੋਣਗੇ ਤੇ ਗੁਰੂ ਵੀ ਮਿਲ ਪਵੇਗਾ, ਜੇ ਚੰਗੇ ਕਰਮ ਹੋਣਗੇ ਤੇ ਸੰਗਤ ਵੀ ਮਿਲ ਜਾਵੇਗੀ। ਜਿਨ ਜਪਿਆ ਤਿਸ ਕੋ ਬਲਿਹਾਰ। ਜਿਹੜਾ ਤੇਰਾ ਨਾਮ ਜਪਦੇ ਨੇ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ। ਉਹ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ, ਹਉ ਸਦ ਕੁਰਬਾਨੇ ਜਾਉ। ਕਿਸੇ ਨੇ ਆਕਾਸ਼ ਨੂੰ ਪੁੱਛਿਆ, ਆਕਾਸ਼ ਤੁਸੀਂ ਵੇਖਿਓ ਬਾਹਰ ਨਿਕਲ ਕੇ, ਤੁਹਾਨੂੰ ਆਕਾਸ਼ ਗੱਭਿਓਂ ਉੱਚਾ ਨਜ਼ਰ ਆਏਗਾ, ਪਰ ਸਾਈਡ ਤੋਂ ਇਦਾਂ ਝੁਕਿਆ ਹੋਇਆ ਨਜ਼ਰ ਆਏਗਾ। ਕਿਸੇ ਨੇ ਆਕਾਸ਼ ਨੂੰ ਪੁੱਛਿਆ, ਤੂੰ ਝੁਕਿਆ ਕਿਉਂ ਹੈ? ਉਹ ਕਹਿੰਦਾ, ਮੈਂ ਝੁਕਿਆ ਇਸ ਕਰਕੇ ਆ, ਜਿਹੜੇ ਨਾਮ ਸਿਮਰਨ ਕਰਦੇ ਨੇ ਮੈਂ ਉਹਨਾਂ ਨੂੰ ਨਤਮਸਤਕ ਕਰਦਾ ਪਿਆ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਸਦਕੇ ਜਾਵਾਂ। ਇਸ ਕੈ ਸੰਗ ਤਰੈ ਸੰਸਾਰ। ਮੰਨੇ ਤਰੇ ਤਾਰੇ ਗੁਰ ਸਿੱਖ, ਜਿਹੜੇ ਤਰ ਗਏ ਨੇ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਸਤਿਗੁਰੂ ਹੈ ਬੋਇਥਾ, ਉਹ ਵਿਰਲੇ ਕਿਨੇ ਵਿਚਾਰਿਆ। ਇਹ ਜਹਾਜ਼ ਸੀ, ਇਹ ਨਾਨਕ ਨਾਮ ਜਹਾਜ਼ ਸੀ। ਜਿਨ੍ਹਾਂ ਨੇ ਸੰਗਤ ਕੀਤੀ, ਸੰਗਤ ਵਿੱਚ ਬੈਠ ਗਏ ਆ ਕਰਕੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਸ ਕਰਕੇ ਉਹ ਵੀ ਤਰ ਗਏ। ਜਿਹੜੇ ਪੱਥਰ ਬਿਰਤੀ ਦੇ ਮਨੁੱਖ ਸਨ, ਉਹ ਵੀ ਸੰਗਤ ਵਿੱਚ ਆ ਕਰਕੇ ਤਰ ਗਏ। ਕਹੋ ਨਾਨਕ ਪ੍ਰਭ ਲੋਚਾ ਪੂਰ। ਕਹੋ ਨਾਨਕ ਪ੍ਰਭ ਲੋਚਾ ਪੂਰ। ਅਰਦਾਸ ਬੇਨਤੀ, ਇੱਕ ਮੇਰੀ ਲੋਚਾ ਹੈ, ਇੱਕ ਮੇਰੀ ਖੁਆਇਸ਼ ਹੈ, ਮਹਾਰਾਜ ਪੂਰੀ ਕਰ ਦਿਓ। ਸਤਿਗੁਰੂ ਜੀ ਪੁੱਛਦੇ ਨੇ, ਗੁਰਸਿੱਖਾ ਕੀ ਤੇਰੀ ਖਾਸ਼ ਹੈ? ਤੇ ਗੁਰੂ ਕਾ ਸਿੱਖ ਆਖਦਾ, ਮਹਾਰਾਜ ਮੇਰੀ ਇਹ ਇੱਛਾ ਹੈ, ਉਹ ਪੂਰੀ ਕਰ ਦਿਓ। ਸੰਤ ਜਨਾ ਕੀ ਬਾਂਛੋ ਧੂਰ। ਮੇਰੀ ਇਹ ਇੱਛਾ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪਹਿ ਅਵਰਹਿ ਨਾਮ ਜਪਾਵੈ। ਸੰਤ ਜਨਾ ਕੀ ਬਾਛੋ ਧੂਰ। ਮੇਰੇ ਮਨ ਦੀ ਇੱਛਾ ਹੈ ਕਿ ਸਾਧ ਸੰਗਤ ਦੇ ਚਰਨਾਂ ਦੀ ਧੂੜੀ, ਭਾਵ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਤੋਂ ਭਾਵ ਇਹ ਹੈ ਕਿ ਸੰਗਤ ਵਿੱਚ ਆ ਕੇ ਮੇਰੇ ਕੋਲ ਨਿਮਰਤਾ ਵਾਲਾ ਗੁਣ ਆ ਜਾਵੇ। ਨਿਵਨ ਸੋ ਅੱਖਰ ਖਵਨ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ ਵਾਲੀ ਬਿਰਤੀ ਬਣ ਜਾਵੇ। ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਰਹੇ ਹਾਂ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨੀ ਹੈ। ਹੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ, ਇੱਕ ਮੈਂ ਅਕਸਰ ਬੇਨਤੀ ਕਰਿਆ ਕਰਦਾ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਸੀਂ ਬਾਣੀ ਦਾ ਅਧਿਐਨ ਕਰਦੇ ਹਾਂ, 10 ਪਾਤਸ਼ਾਹਾਂ ਦੀ ਆਤਮਿਕ ਜੋਤ, 15 ਭਗਤਾਂ, 11 ਪਟ, 4 ਗੁਰੂ ਅਨੰਨ ਕੇ ਸਿੱਖ, ਜਿਹੜੇ ਵੀ ਬਿਰਾਜਮਾਨ ਨੇ, ਉਹਨਾਂ ਦੀ ਸਾਰਿਆਂ ਦੀ ਵਿਚਾਰਧਾਰਾ ਇੱਕੋ ਹੀ ਹੈ। ਕਿਸੇ ਦੀ ਵਿਚਾਰਧਾਰਾ ਵੱਖਰੀ ਵੱਖਰੀ ਨਹੀਂ, ਕੋਈ ਕਿਸੇ ਦੀ ਗੱਲ ਕੱਟਦਾ ਨਹੀਂ। ਜੋ ਗੱਲ ਭਗਤ ਰਵਿਦਾਸ ਜੀ ਕਹਿੰਦੇ ਨੇ, ਭਗਤ ਧੰਨਾ ਜੀ ਵੀ ਉਸ ਗੱਲ ਦੀ ਪ੍ਰੋੜਤਾ ਕਰ ਦਿੰਦੇ ਨੇ। ਪਰ ਇਹ ਕੀ ਗੱਲ ਹੈ, ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਹਨ, ਉਹਨਾਂ ਦੀ ਵਿਚਾਰਧਾਰਾ ਇੱਕ ਹੈ, ਪਰ ਉਹਨਾਂ ਨੂੰ ਪੜ੍ਹਨ ਵਾਲਿਆਂ ਦੀ ਵਿਚਾਰਧਾਰਾ ਵੱਖ-ਵੱਖ ਕਿਉਂ ਹੋਈ ਜਾਂਦੀ ਹੈ। ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਇੱਕ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਕਰੀਏ। ਸਾਡੀ ਸਰਮੌਰ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਸਾਰ ਦੇ ਉੱਤੇ ਤੁਸੀਂ ਧਿਆਨ ਮਾਰ ਕੇ ਵੇਖ ਲਿਓ ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਬੈਠਾ ਹੋਇਆ ਮਨੁੱਖ, ਜਿਸ ਨੂੰ ਕੋਈ ਵੀ ਕਿਤੇ ਚੁੰਡੀ ਵੱਢੇਗਾ,
ਉਹ ਕੇਵਲ ਤਾਂ ਕੇਵਲ ਇੱਕੋ ਹੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵੱਲ ਝਾਕੇਗਾ ਕਿ ਮੇਰੀ ਬਾਹ ਫੜੇਗੀ, ਮੇਰੀ ਰੱਖਿਆ ਕਰੇਗੀ। ਇਸ ਕਰਕੇ ਇਸ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ ਕਰਿਆ ਕਰੋ। ਅਕਾਲ ਤਖਤ ਮਹਾਨ ਹੈ, ਇਹ ਸਿੱਖੀ ਦੀ ਸ਼ਾਨ ਹੈ। ਗੁਰੂ ਗ੍ਰੰਥ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਤਤਪਰ ਰਹਿਣਾ ਹੈ। ਆਓ ਸਮਾਪਤੀ ਆਖਰੀ ਪੰਕਤੀਆਂ ਪੜ੍ਹ ਕੇ ਕਰਨ ਦਾ ਯਤਨ ਕਰੀਏ ਜੀ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।